ਸਤਿ ਸ੍ਰੀ ਅਕਾਲ। ਕਿਸੇ ਨਾਲ ਵੀ ਈਰਖਾ ਜਾਂ ਨਫ਼ਰਤ ਦੀ ਸੋਚਣ ਨਾਲ ਤਨ ਮਨ ਦੋਨੋਂ ਰੋਗੀ ਹੋ ਜਾਂਦੇ ਹਨ। ਸਰੀਰ ਅਤੇ ਉਸ ਦੀ ਸਰਜਨਾ ਦਾ ਰਹੱਸਿਆ ਸਾਡੇ ਲਈ ਇੱਕ ਆਕਰਸ਼ਣ ਦਾ ਕੇਂਦਰ ਹੈ, ਪਰ ਉਸ ਲਈ ਸਾਨੂੰ 5 ਤੱਤਾਂ ਦੇ ਵਿਸ਼ੇ ਵਿੱਚ ਗਹਿਰਾਈ ਤੋਂ ਸਮਝਣਾ ਪਵੇਗਾ। ਸਾਡਾ ਪੂਰਾ ਸਰੀਰ 5 ਤੱਤਾਂ ਤੋਂ ਮਿਲ ਕੇ ਬਣਿਆ ਹੈ, ਜਿਸ ਵਿੱਚ ਪ੍ਰਿਥਵੀ, ਜਲ, ਅਗਨੀ, ਵਾਯੂ ਅਤੇ ਆਕਾਸ਼ ਸ਼ਾਮਲ ਹੈ। ਇਹਨਾਂ ਤੱਤਾਂ ਦਾ ਪ੍ਰਭਾਵ ਸਾਡੇ ਅੰਗਾਂ 'ਤੇ ਹੈ, ਕਿਉਂਕਿ ਹਰੇਕ ਅੰਗ ਇੱਕ ਇੱਕ ਤੱਤ ਨਾਲ ਜੁੜ ਕੇ ਬਣਿਆ ਹੈ। ਹਰ ਤੱਤ ਦੀ ਆਪਣੀ ਵਿਸ਼ੇਸ਼ਤਾ ਹੈ। ਜਿਸ ਤਰ੍ਹਾਂ ਸਾਡਾ ਪ੍ਰਿਥਵੀ ਤੱਤ ਸ਼ਕਤੀ ਨਾਲ ਜੁੜਿਆ ਹੋਇਆ ਹੈ, ਜਲ ਤੱਤ ਪਵਿੱਤਰਤਾ ਨਾਲ ਜੁੜਿਆ ਹੋਇਆ ਹੈ, ਇਸੇ ਕਰਮ ਨਾਲ ਅਗਨੀ ਤੱਤ ਸੁੱਖ ਨਾਲ, ਵਾਯੂ ਤੱਤ ਪ੍ਰੇਮ ਨਾਲ ਅਤੇ ਆਕਾਸ਼ ਤੱਤ ਸ਼ਾਂਤੀ ਨਾਲ ਜੁੜਿਆ ਹੋਇਆ ਹੈ। ਇਹਨਾਂ ਤੱਤਾਂ ਦਾ ਸੰਬੰਧ ਪ੍ਰਕਿਰਤੀ ਦੇ ਰੰਗਾਂ ਨਾਲ ਵੀ ਹੈ। ਜਿਸ ਤਰ੍ਹਾਂ ਸ਼ਕਤੀ ਪ੍ਰਿਥਵੀ ਤੱਤ ਨਾਲ ਜੁੜੀ ਹੋਈ ਹੈ, ਇਸ ਦਾ ਰੰਗ ਲਾਲ ਹੈ। ਜਲ ਤੱਤ ਪਵਿੱਤਰਤਾ ਨਾਲ, ਇਸ ਦਾ ਰੰਗ ਸੰਗਤਰੀ ਹੈ। ਅਗਨੀ ਤੱਤ ਦਾ ਰੰਗ ਪੀਲਾ ਹੈ। ਵਾਯੂ ਤੱਤ ਹਰਾ। ਆਕਾਸ਼ ਤੱਤ ਦਾ ਰੰਗ ਨੀਲਾ ਅਸਮਾਨੀ ਹੈ। ਹੁਣ ਸਮਝੋ ਕਿ ਇਹ ਤੱਤ ਗੜਬੜ ਹੈ, ਜਾਂ ਅੰਗ ਗੜਬੜ ਹੈ, ਜਾਂ ਅੰਗਾਂ ਵਿੱਚ ਹੋਣੇ ਵਾਲਾ ਰੋਗ ਕਿਤੇ ਹੋਰ ਜੁੜਿਆ ਹੋਇਆ ਹੈ। ਸਭ ਕੁਝ ਸਾਡੇ ਗੁਣਾਂ, ਅਵਗੁਣਾਂ ਤੇ ਵਿਕਾਰਾਂ ਨਾਲ ਜੁੜਿਆ ਹੋਇਆ ਹੈ। ਅੱਜ ਕੱਲ੍ਹ ਇੱਕ ਮਸ਼ੀਨ ਵੀ ਆਈ ਹੈ, ਜਿਸ ਨਾਲ ਸਾਡੇ ਸਰੀਰ ਦੇ ਪੂਰੇ ਆਭਾ ਮੰਡਲ ਨੂੰ ਚੈੱਕ ਕਰਦੇ ਹਨ ਅਤੇ ਦੱਸ ਦਿੰਦੇ ਹਨ ਕਿ ਅੱਜ ਤੋਂ 4-5 ਮਹੀਨੇ ਬਾਅਦ ਕਿਹੜੀ ਬਿਮਾਰੀ ਲੱਗਣ ਵਾਲੀ ਹੈ। ਹੈਰਾਨਗੀ ਦੀ ਗੱਲ ਇਹ ਹੈ ਕਿ ਮਸ਼ੀਨ ਸਰੀਰ ਦੇ ਸੈੱਲਾਂ ਅਤੇ ਟਿਸ਼ੂਜ਼ ਤੱਕ ਪੜ੍ਹ ਲੈਂਦੀ ਹੈ, ਕਿਉਂਕਿ ਸਾਡੇ ਵਿਚਾਰਾਂ ਦੀ ਪ੍ਰਕਿਰਿਆ ਬਹੁਤ ਜਲਦੀ ਨਾਲ ਸਾਡੇ ਸਰੀਰ ਦੇ ਰੋਮਾਂ ਵਿੱਚ ਪਰਿਵਰਤਨ ਲਿਆਉਂਦੀ ਹੈ, ਅਤੇ ਇਹ ਸਾਡੇ ਵਿਚਾਰਾਂ 'ਤੇ ਨਿਰਭਰ ਕਰਦਾ ਹੈ ਕਿ ਸਾਡੇ ਅੰਗਾਂ ਨੂੰ ਕਿਹੜਾ ਰੋਗ ਲੱਗਣ ਵਾਲਾ ਹੈ। ਜੇਕਰ ਤੁਸੀਂ ਜਾਣੇ ਅਣਜਾਣੇ ਵਿੱਚ ਕੋਈ ਇਸ ਤਰ੍ਹਾਂ ਦਾ ਵਿਚਾਰ ਅੰਦਰ ਚਲਾਇਆ ਜੋ ਈਰਖਾ, ਨਫ਼ਰਤ, ਰਾਗ, ਦਵੇਸ਼ ਵਗੈਰਾ ਨਾਲ ਭਰਿਆ ਹੋਇਆ ਹੈ, ਤਾਂ ਉਹਨਾਂ ਦੇ ਵਾਈਬ੍ਰੇਸ਼ਨ ਤੁਹਾਡੇ ਸਰੀਰ ਦੇ ਰੋਮਾਂ ਵਿੱਚ ਚਲੇ ਜਾਂਦੇ ਹਨ। ਵੈਸੇ ਵੀ ਸਾਡਾ ਸਰੀਰ ਇੱਕ ਊਰਜਾ ਹੀ ਤਾਂ ਹੈ, ਜਿਸ ਨੂੰ ਅਸੀਂ ਫਿਜ਼ੀਕਲ ਊਰਜਾ ਕਹਿੰਦੇ ਹਾਂ। ਮਸ਼ੀਨ ਸਾਡੇ ਸਰੀਰ ਦੇ ਰੋਮਾਂ ਦੇ ਚਾਰੇ ਪਾਸੇ ਫੈਲੀ ਹੋਈ ਊਰਜਾ ਨੂੰ ਪੜ੍ਹ ਲੈਂਦੀ ਹੈ, ਜਿਸ ਨੂੰ ਲੋਕ ਆਭਾ ਮੰਡਲ ਕਹਿੰਦੇ ਹਨ। ਅਤੇ ਜੇ ਉਹ ਆਭਾ ਮੰਡਲ ਨੈਗੇਟਿਵ ਹੈ, ਤਾਂ ਉਸ ਨਾਲ ਸੰਬੰਧਿਤ ਰੋਗ ਉਹ ਤੁਹਾਨੂੰ ਦੱਸ ਦਿੰਦੀ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਇਹ ਰੋਗ ਹੋ ਜਾਵੇਗਾ, ਕਿਉਂਕਿ ਆਭਾ ਮੰਡਲ ਵਿੱਚ ਉਸ ਅੰਗ ਨਾਲ ਸੰਬੰਧਿਤ ਤੱਤ ਅਤੇ ਤੱਤਾਂ ਨਾਲ ਸੰਬੰਧਿਤ ਰੋਗ ਦੀ ਜੜ, ਵੈਲਿਊ, ਗੁਣ ਅਤੇ ਰੰਗਾਂ ਨੂੰ ਮਸ਼ੀਨ ਦੇਖਦੀ ਹੈ। ਜੇਕਰ ਰੰਗ ਕਮਜ਼ੋਰ ਹੈ, ਧੁੰਦਲਾ ਹੈ ਜਾਂ ਕਾਲਾ ਹੈ, ਤਾਂ ਮਸ਼ੀਨ ਉਸੇ ਵੇਲੇ ਦੱਸ ਦਿੰਦੀ ਹੈ ਕਿ ਤੁਹਾਨੂੰ ਇਸ ਅੰਗ ਵਿੱਚ ਇਹ ਰੋਗ ਹੋ ਜਾਵੇਗਾ। ਜਿਸ ਵੇਲੇ ਹੀ ਮਸ਼ੀਨ ਨੇ ਤੁਹਾਡੇ ਜਲ ਤੱਤ ਨਾਲ ਸੰਬੰਧਿਤ ਅੰਗਾਂ 'ਤੇ ਫੋਕਸ ਕੀਤਾ, ਜਿਸ ਤਰ੍ਹਾਂ ਕਿਡਨੀ, ਯੂਰੀਨਰੀ ਸਿਸਟਮ ਵਗੈਰਾ, ਤਾਂ ਜੇ ਉਸ ਵਿੱਚ ਬਹੁਤ ਸਾਰੇ ਅਟੈਚਮੈਂਟ ਹਨ, ਜੇ ਮੋਹ ਦੇ ਵਾਈਬ੍ਰੇਸ਼ਨ ਆ ਰਹੇ ਹਨ, ਤਾਂ ਮਸ਼ੀਨ ਉਸ ਅਟੈਚਮੈਂਟ ਦੇ ਵਾਈਬ੍ਰੇਸ਼ਨ ਨੂੰ ਕੈਚ ਕਰਕੇ ਆਉਣ ਵਾਲੇ ਸਮੇਂ ਵਿੱਚ ਦੱਸ ਦੇਵੇਗੀ ਕਿ ਤੁਹਾਡੇ ਯੂਰੀਨਰੀ ਸਿਸਟਮ ਵਿੱਚ ਪ੍ਰੋਬਲਮ ਆਉਣ ਵਾਲੀ ਹੈ। ਅਸੀਂ ਤਾਂ ਇਹ ਹੀ ਸੋਚਦੇ ਹਾਂ ਕਿ ਅਸੀਂ ਤਾਂ ਨੈਗੇਟਿਵ 1-2 ਵਾਰੀ ਹੀ ਸੋਚਦੇ ਹਾਂ, ਇੰਨੇ ਨਾਲ ਕਿੱਥੇ ਸਾਡੇ ਅੰਦਰ ਇਹ ਤਕਲੀਫਾਂ ਜਾਂ ਰੋਗ ਆ ਜਾਣਗੇ, ਪਰ ਆਉਣਗੇ ਜ਼ਰੂਰ। ਬੇਸ਼ੱਕ 4-5 ਮਹੀਨੇ ਬਾਅਦ ਵਿੱਚ ਹੋਣ। ਡਾਈਟੀਸ਼ੀਅਨ ਕਹਿੰਦੇ ਹਨ ਕਿ ਮਨੁੱਖ ਦੇ ਸਰੀਰ ਨੂੰ ਚਲਾਉਣ ਵਾਸਤੇ ਇੱਕ ਰੋਟੀ ਦੀ ਹੀ ਜ਼ਰੂਰਤ ਹੈ, ਜੇਕਰ ਉਸ ਨੂੰ 25 ਜਾਂ 30 ਮਿੰਟ ਵਿੱਚ ਖਾਧਾ ਜਾਵੇ। ਪਰ ਲੋੜ ਤੋਂ ਜ਼ਿਆਦਾ ਖਾਣ ਦੇ ਕਾਰਨ ਵੀ ਸਾਡੇ ਅੰਦਰ ਰੋਗ ਪੈਦਾ ਹੋ ਜਾਂਦੇ ਹਨ। ਜਿਸ ਤਰ੍ਹਾਂ ਸੂਖਸ਼ਮ ਸਰੀਰ ਦੇ ਉੱਪਰ ਇੱਕ ਮੋਟੀ ਤਹਿ ਆਵਰਣ ਹੁੰਦਾ ਹੈ, ਜਿਸ ਨੂੰ ਤੁਸੀਂ ਸਥੂਲ ਸਰੀਰ ਕਹਿ ਸਕਦੇ ਹੋ। ਜਦੋਂ ਤੱਕ ਇਹ ਤਹਿ ਸਾਡੇ ਉੱਤੇ ਚੜ੍ਹੀ ਹੋਈ ਹੈ, ਬੋਡੀ ਕੌਨਸ਼ੀਅਸ ਦੀ ਤਹਿ ਚੜ੍ਹੀ ਹੋਈ ਹੈ, ਅਸੀਂ ਦੂਸਰਿਆਂ ਨਾਲ ਖੁੱਲ੍ਹੇਪਨ ਨਾਲ ਨਹੀਂ ਮਿਲ ਸਕਦੇ, ਖੁੱਲ੍ਹੇਪਨ ਨਾਲ ਗੱਲ ਨਹੀਂ ਕਰ ਸਕਦੇ, ਖੁੱਲ੍ਹੇਪਨ ਨਾਲ ਵਿਵਹਾਰ ਨਹੀਂ ਕਰ ਸਕਦੇ। ਅਸੀਂ ਇਸ ਕੌਨਸ਼ੀਅਸ ਨਾਲ ਜੀ ਰਹੇ ਹਾਂ ਕਿ ਅਸੀਂ ਇੱਕ ਸਰੀਰ ਹਾਂ, ਜਦੋਂ ਕਿ ਅਸਲੀ ਚੀਜ਼ ਸੂਖਸ਼ਮ ਸਰੀਰ ਨਾਲ ਆਤਮਾ ਜੁੜੀ ਹੋਈ ਹੈ। ਪਰ ਅੱਜ ਆਤਮਾ ਦੀ ਸ਼ਾਂਤੀ, ਆਤਮਾ ਦਾ ਸੁੱਖ ਅਤੇ ਆਤਮਾ ਦਾ ਪ੍ਰੇਮ ਆਪਣੇ ਤੋਂ ਦੂਰ ਹੈ। ਉਹ ਰਾਤ ਦਿਨ ਦੇਹ ਨੂੰ ਚਲਾਉਣ ਲਈ ਭਾਗ ਦੌੜ ਕਰ ਰਿਹਾ ਹੈ, ਜਿਸ ਨਾਲ ਈਰਖਾ, ਦੋਸ਼, ਨਫ਼ਰਤ ਮਨੁੱਖ ਦੇ ਤੱਤਾਂ ਵਿੱਚ ਭਰ ਗਈ ਹੈ। ਸਾਡੇ ਸਰੀਰ ਦੇ ਚਾਰੇ ਤਰਫ ਲਗਭਗ
18 ਇੰਚ ਸਾਡਾ ਆਭਾ ਮੰਡਲ ਫੈਲਦਾ ਹੈ, ਉਸ ਆਭਾ ਮੰਡਲ ਵਿੱਚ ਇਹੀ ਊਰਜਾ ਭਰੀ ਹੋਈ ਹੈ। ਇਸ ਕਾਰਨ ਲੋਕ ਇਸ ਤਰ੍ਹਾਂ ਊਰਜਾ ਨੂੰ ਆਪਣੇ ਅੰਦਰ ਮਹਿਸੂਸ ਕਰਦੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਦੂਸਰੇ ਦੇ ਅੰਦਰ ਨੈਗੇਟਿਵਿਟੀ ਹੈ, ਜਦੋਂ ਕੋਈ ਨੈਗੇਟਿਵਿਟੀ ਤਾਂ ਸਾਡੇ ਆਪਣੇ ਅੰਦਰ ਹੁੰਦੀ ਹੈ। ਇਸ ਲਈ ਕਹਿੰਦੇ ਹਨ, ਅੰਨੇ ਨੂੰ ਦੁਨੀਆ ਅੰਨੀ ਦਿਸਦੀ ਹੈ। ਇਸ ਲਈ ਕਦੀ ਕਦੀ ਉਹ ਬੁਰੀ ਊਰਜਾ ਸਾਨੂੰ ਤੰਗ ਕਰਦੀ ਹੈ। ਸਾਡੀ ਆਪਣੀ ਊਰਜਾ, ਜਿਸ ਨੂੰ ਅਸੀਂ ਸੂਖਸ਼ਮ ਸਰੀਰ ਜਾਂ ਲਾਈਟ ਦਾ ਸਰੀਰ ਵੀ ਕਹਿ ਸਕਦੇ ਹਾਂ, ਉਸ ਦਾ ਸਾਰਾ ਬੋਝ ਇਸ ਸਮੇਂ ਸਰੀਰ ਅਤੇ ਸਰੀਰ ਦੇ ਸੰਬੰਧੀਆਂ ਦੇ ਨਾਲ ਜੁੜਿਆ ਹੋਇਆ ਹੈ ਅਤੇ ਸਾਡਾ ਜੀਵਨ ਵੀ ਸੀਮਿਤ ਹੋ ਚੁੱਕਿਆ ਹੈ। ਅਸੀਂ ਵੀ ਬਸ ਵਿਅਰਥ ਖਿਆਲਾਂ ਵਿੱਚ ਪਏ ਰਹਿੰਦੇ ਹਾਂ। ਇਸ ਕਰਕੇ ਅਸੀਂ ਆਪਣੇ ਆਪ ਨੂੰ ਸੁਖੀ ਮਹਿਸੂਸ ਨਹੀਂ ਕਰ ਸਕਦੇ, ਕਿਉਂਕਿ ਮਹਿਸੂਸਤਾ ਦੀ ਸ਼ਕਤੀ ਸੂਖਸ਼ਮ ਸਰੀਰ ਦੇ ਨਾਲ ਹੈ, ਨਾ ਕਿ ਇਸ ਦਿਖਣੇ ਵਾਲੇ ਸਰੀਰ ਦੇ ਨਾਲ। ਤੁਹਾਡੇ ਔਰੇ ਦੁਆਰਾ ਹੀ ਲੋਕ ਤੁਹਾਨੂੰ ਜਾਣਦੇ ਪਹਿਚਾਣਦੇ ਹਨ। ਕੋਈ ਵੀ ਤੱਤਾਂ ਨੂੰ ਸੂਖਸ਼ਮ ਸਰੀਰ ਨੂੰ ਸਮਝ ਨਹੀਂ ਰਿਹਾ। ਇਸ ਲਈ ਸਾਰੇ ਕਹਿ ਦਿੰਦੇ ਹਨ, ਮਿੱਟੀ ਅਤੇ ਮਿੱਟੀ ਦੀਆਂ ਗੱਲਾਂ। ਦੇਹ ਵੀ ਮਿੱਟੀ ਹੈ। ਜਿਸ ਤਰ੍ਹਾਂ ਧਨ, ਪੈਸਾ, ਰੁਪਇਆ, ਪਰਿਵਾਰ, ਬਿਜ਼ਨਸ ਇੱਥੇ ਤੱਕ ਹੀ ਸੀਮਿਤ ਹਨ, ਕਿਉਂਕਿ ਸੋਚ ਹੀ ਸੀਮਿਤ ਹੈ। ਬਹੁਤ ਵੱਡੀ ਸਾਇੰਸ ਹੈ ਇਸ ਦੇ ਪਿੱਛੇ ਇਹ ਹੈ ਕਿ ਅਸੀਂ ਸਾਰੇ ਥੋੜ੍ਹੇ ਦਿਨਾਂ ਲਈ ਇੱਥੇ ਆਏ ਹਾਂ ਕਰਮ ਕਮਾਉਣ ਵਾਸਤੇ। ਤਾਂ ਅਸੀਂ ਕਰਮ ਕਰਨਾ ਹੈ ਸਰੀਰ ਨੂੰ ਚਲਾਉਣ ਵਾਸਤੇ, ਨਾ ਕਿ ਸਰੀਰਾਂ ਨਾਲ ਫਸਣੇ ਵਾਸਤੇ। ਸਭ ਕੁਝ ਸੂਖਸ਼ਮ ਸਰੀਰ ਦੇ ਨਾਲ ਹੈ। ਜੇ ਅਸੀਂ ਆਪਣੇ ਆਪ ਨੂੰ ਸ਼ਾਂਤੀ, ਪ੍ਰੇਮ ਅਤੇ ਪਵਿੱਤਰਤਾ ਨਾਲ ਭਰਪੂਰ ਰੱਖੀਏ, ਸਰਬੱਤ ਦੇ ਭਲੇ ਬਾਰੇ ਸੋਚੀਏ, ਤਾਂ ਸਾਡਾ ਆਭਾ ਮੰਡਲ ਪੂਰੇ ਵਿਸ਼ਵ ਤੱਕ ਜਾਵੇਗਾ ਅਤੇ ਅਸੀਂ ਪੂਰੇ ਵਿਸ਼ਵ ਦੀ ਸੇਵਾ ਘਰ ਬੈਠੇ ਹੀ ਕਰਾਂਗੇ ਅਤੇ ਸਭ ਨੂੰ ਪ੍ਰਕਿਰਤੀ ਰਾਹੀਂ ਸਭ ਕੁਝ ਦੇ ਸਕਾਂਗੇ। ਮਨਸਾ ਸੇਵਾ ਕਰਨ ਵਾਸਤੇ ਇੱਕ ਵਾਰ ਨਹੀਂ, 2 ਵਾਰ ਨਹੀਂ, 1000 ਵਾਰ ਸੋਚੋ। ਪਰਮਾਤਮਾ ਦੀ ਦਿਨ ਰਾਤ ਸਾਡੇ ਲਈ ਇਹੀ ਸਿੱਖਿਆ ਹੈ ਕਿ ਬੱਚੇ ਫਰਿਸ਼ਤਾ ਬਣੋ। ਮਤਲਬ ਮਿੱਟੀ, ਪਾਣੀ, ਮੋਹ ਨਾਲ ਤੁਹਾਡਾ ਕੋਈ ਸੰਬੰਧ ਨਹੀਂ ਹੈ। ਇਸ ਨਾਲ ਹੀ ਤੁਹਾਡੀ ਸਥਿਤੀ ਖਰਾਬ ਹੋਈ ਹੈ। ਸਭ ਵਿਕਾਰਾਂ ਨੂੰ ਤਿਆਗ ਕੇ ਫਰਿਸ਼ਤੇ ਬਣ ਜਾਵੋ। ਅੱਜ ਦੀ ਕਹਾਣੀ ਹੈ, 2 ਬਾਂਦਰ ਇੱਕ ਦਿਨ ਘੁੰਮਦੇ ਘੁੰਮਦੇ ਇੱਕ ਪਿੰਡ ਦੇ ਨੇੜੇ ਪਹੁੰਚ ਗਏ। ਉਹਨਾਂ ਨੇ ਫਲਾਂ ਨਾਲ ਲੱਦਿਆ ਹੋਇਆ ਇੱਕ ਦਰਖਤ ਦੇਖਿਆ। ਇੱਕ ਬਾਂਦਰ ਨੇ ਐਕਸਾਈਟਡ ਹੋ ਕੇ ਕਿਹਾ, ਇਸ ਦਰਖਤ ਨੂੰ ਦੇਖੋ, ਇਹ ਫਲ ਕਿੰਨੇ ਸੁੰਦਰ ਲੱਗ ਰਹੇ ਹਨ। ਇਹ ਜ਼ਰੂਰ ਬਹੁਤ ਸਵਾਦ ਹੋਣਗੇ। ਚਲੋ ਅਸੀਂ ਦੋਨੋਂ ਦਰਖਤ 'ਤੇ ਚੜ੍ਹ ਕੇ ਫਲ ਖਾਂਦੇ ਹਾਂ। ਦੂਸਰਾ ਬਾਂਦਰ ਸਮਝਦਾਰ ਸੀ। ਉਸਨੇ ਸੋਚ ਕੇ ਕਿਹਾ, ਨਹੀਂ ਨਹੀਂ, ਜ਼ਰਾ ਠਹਿਰੋ। ਇਹ ਦਰਖਤ ਪਿੰਡ ਦੇ ਇੰਨਾ ਨੇੜੇ ਹੈ, ਇਸ ਦੇ ਫਲ ਇੰਨੇ ਸੁੰਦਰ ਹਨ ਅਤੇ ਪੱਕੇ ਹੋਏ ਹਨ, ਪਰ ਜੇ ਇਹ ਫਲ ਖਾਣ ਲਈ ਹੁੰਦੇ ਤਾਂ ਪਿੰਡ ਵਾਲੇ ਵੀ ਇਹਨਾਂ ਨੂੰ ਤੋੜ ਲੈਂਦੇ। ਇਹਨਾਂ ਨੂੰ ਇਸੇ ਤਰ੍ਹਾਂ ਦਰਖਤ ਉੱਤੇ ਨਾ ਲੱਗੇ ਰਹਿਣ ਦਿੰਦੇ। ਇਹਨਾਂ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਕਿਸੇ ਨੇ ਵੀ ਇਹਨਾਂ ਨੂੰ ਫਲਾਂ ਨੂੰ ਹੱਥ ਤੱਕ ਨਹੀਂ ਲਗਾਇਆ ਹੈ। ਹੋ ਸਕਦਾ ਹੈ ਇਹ ਫਲ ਖਾਣੇ ਦੇ ਲਾਇਕ ਨਹੀਂ ਹਨ। ਉਸ ਦੀਆਂ ਇਹ ਗੱਲਾਂ ਸੁਣ ਕੇ ਪਹਿਲੇ ਬਾਂਦਰ ਨੇ ਕਿਹਾ, ਕਿਸ ਤਰ੍ਹਾਂ ਦੀਆਂ ਬੇਕਾਰ ਗੱਲਾਂ ਕਰ ਰਿਹਾ ਹਾਂ, ਮੈਂ ਤਾਂ ਇਹਨਾਂ ਨੂੰ ਖਾਣ ਚੱਲਿਆ ਹਾਂ। ਜੇ ਤੁਸੀਂ ਨਾਲ ਆਉਣਾ ਹੈ ਤਾਂ ਚਲੋ। ਦੂਸਰੇ ਬਾਂਦਰ ਨੇ ਉਸ ਨੂੰ ਫਿਰ ਤੋਂ ਸਾਵਧਾਨ ਕਰਦੇ ਹੋਏ ਕਿਹਾ, ਤੁਹਾਨੂੰ ਇਸ ਬਾਰੇ ਵਿੱਚ ਫਿਰ ਤੋਂ ਸੋਚ ਕੇ ਖਾਣ ਦਾ ਫੈਸਲਾ ਕਰਨਾ ਚਾਹੀਦਾ ਹੈ। ਮੈਂ ਭੋਜਨ ਵਾਸਤੇ ਕੁਝ ਹੋਰ ਲੱਭ ਕੇ ਲਿਆਉਂਦਾ ਹਾਂ। ਪਹਿਲਾ ਬਾਂਦਰ ਦਰਖਤ 'ਤੇ ਚੜ੍ਹ ਕੇ ਫਲ ਖਾਣ ਲੱਗ ਪਿਆ, ਪਰ ਉਹ ਫਲ ਹੀ ਉਸ ਦਾ ਅੰਤਮ ਭੋਜਨ ਬਣ ਗਿਆ, ਕਿਉਂਕਿ ਉਹ ਫਲ ਜ਼ਹਿਰੀਲੇ ਸਨ। ਦੂਸਰਾ ਬਾਂਦਰ ਜਦੋਂ ਵਾਪਸ ਆਇਆ ਤਾਂ ਆਪਣੇ ਸਾਥੀ ਨੂੰ ਮਰਿਆ ਹੋਇਆ ਦੇਖਿਆ। ਇਸ ਲਈ ਕਿਹਾ ਜਾਂਦਾ ਹੈ, ਹਰ ਚਮਕਣੇ ਵਾਲੀ ਚੀਜ਼ ਸੋਨਾ ਨਹੀਂ ਹੁੰਦੀ। ਸਤਿ ਸ੍ਰੀ ਅਕਾਲ।